ਕੋਆਪਰੇਟਿਵ ਬੈਂਕਾਂ ਦੇ ਐਗਜ਼ਾਮ ਬੜੀ ਛੇਤੀ ਛੇਤੀ ਡਿਕਲੇਅਰ ਹੋ ਗਏ ਨੇ ਔਰ ਉਹਨਾਂ ਦੇ ਵਿੱਚ ਕਿਹੜੇ ਔਰ ਕਿਸ ਤਰ੍ਹਾਂ ਦੇ ਕੁਐਸਚਨ ਆਉਣਗੇ। ਇੱਕ ਗੱਲ ਤਾਂ ਬਹੁਤ ਸਾਫ਼ ਹੈ ਕਿ ਲੇਟੈਸਟ ਡਿਵੈਲਪਮੈਂਟਸ ਜਿਹੜੀਆਂ ਵੀ ਕੋਈ ਬੈਂਕਿੰਗ ਇੰਡਸਟਰੀ ਵਿੱਚ ਹੋਈਆਂ ਹੋਣਗੀਆਂ ਉਹਨਾਂ ਬਾਰੇ ਕੋਈ ਨਾ ਕੋਈ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛ ਹੀ ਲਿੱਤਾ ਜਾਂਦਾ। ਤਾਂ ਅੱਜ ਆਪਾਂ ਜਿਹੜੀ ਚੀਜ਼ ਡਿਸਕਸ ਕਰਨ ਲੱਗੇ ਹਾਂ ਦੈਟ ਇਜ਼ ਕਿ ਲੇਟੈਸਟ ਬੈਂਕਿੰਗ ਨਿਊਜ਼ ਜਾਂ ਪਿਛਲੇ 1 ਸਾਲ ਦੇ ਵਿੱਚ ਬੈਂਕਿੰਗ ਦੇ ਵਿੱਚ ਕਿਹੜੀਆਂ ਐਸੀ ਇਨਫੋਰਮੇਸ਼ਨ ਹੈ ਜਿਹੜੀ ਕਿ ਐਗਜ਼ਾਮ ਵਾਸਤੇ ਇੰਪੋਰਟੈਂਟ ਹੋ ਸਕਦੀ ਹੈ। ਬਾਕੀ ਟੌਪਿਕ ਆਪਾਂ ਅਲੱਗ ਤੌਰ 'ਤੇ ਉਹਨਾਂ ਨੂੰ ਡਿਸਕਸ ਕਰਦੇ ਹਾਂ, ਪਰ ਪਹਿਲਾਂ ਇਹਨਾਂ ਚੀਜ਼ਾਂ ਨੂੰ ਦੇਖ ਲਈਏ ਆਪਾਂ। ਸੋ ਪਹਿਲੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਹੈ ਦੈਟ ਇਜ਼ ਚੇਂਜ ਇਨ DICGC ਇੰਸ਼ੋਰੈਂਸ ਲਿਮਿਟਸ। ਇੱਕ ਬਹੁਤ ਵੱਡੀ ਖਬਰ ਹੈ ਔਰ ਪੱਕਾ ਇੱਥੋਂ ਕੁਐਸਚਨ ਆਉਣਾ ਹੀ ਆਉਣਾ ਹੈ। DICGC ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ, ਇਹਦੀ ਫੁੱਲ ਫਾਰਮ ਕੀ ਹੈ? ਇਹ ਪਤਾ ਹੋਣੀ ਚਾਹੀਦੀ ਹੈ ਕਿ ਇਹਦੀ ਫੁੱਲ ਫਾਰਮ ਕੀ ਹੈ। ਇਸ ਦੇ ਉੱਤੇ ਵੀ ਕੁਐਸਚਨ ਆ ਸਕਦਾ। ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ। ਨਾ ਇਹ ਆਰਗੇਨਾਈਜੇਸ਼ਨ ਬੇਸਿਕਲੀ ਕਰਦੀ ਕੀ ਹੈ? ਬੈਂਕਾਂ ਦੇ ਵਿੱਚ ਜਿਹੜੇ ਡਿਪੋਜ਼ਿਟ ਨੇ, ਕਿਹੜੇ ਡਿਪੋਜ਼ਿਟ ਨੇ? ਸੇਵਿੰਗ ਅਕਾਊਂਟ ਦੇ, ਫਿਕਸਡ ਡਿਪੋਜ਼ਿਟ, ਕਰੰਟ ਔਰ ਰਿਕਰਿੰਗ ਡਿਪੋਜ਼ਿਟ। ਇਹਨਾਂ ਡਿਪੋਜ਼ਿਟਸ ਨੂੰ ਜਿਹੜੇ ਤੁਹਾਡੇ ਡਿਪੋਜ਼ਿਟ ਹੋਣਗੇ ਉਹਨਾਂ ਦੀ ਇੰਸ਼ੋਰੈਂਸ ਕਰਦੀ ਹੈ। ਅਸੀਂ ਦੇਖਿਆ ਕਿ ਪਿੱਛੇ ਕਈ ਬੈਂਕ ਫੇਲ ਹੋ ਗਏ, ਜਿਵੇਂ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਪੰਜਾਬ ਬੈਂਕ ਫੇਲ ਹੋ ਗਿਆ। ਉਸ ਤੋਂ ਪਹਿਲਾਂ ਹੋਰ ਕਈ ਸਾਰੇ ਬੈਂਕ ਸੀਗੇ, ਫੇਲ ਹੋ ਗਏ ਨਾ। ਜਦੋਂ ਬੈਂਕ ਫੇਲ ਹੋ ਜਾਂਦਾ ਹੈ ਤਾਂ ਉਸ ਵੇਲੇ ਜਿਹੜਾ ਲੋਕਾਂ ਦਾ ਪੈਸਾ ਜਮ੍ਹਾਂ ਹੈ ਉੱਥੇ, ਉਹ ਵਾਪਸ ਮਿਲੇਗਾ ਕਿ ਨਹੀਂ ਮਿਲੇਗਾ, ਇਹ ਸਭ ਤੋਂ ਵੱਡਾ ਇੱਕ ਇਸ਼ੂ ਰਹਿ ਜਾਂਦਾ। ਬੈਂਕਿੰਗ ਦੇ ਵਿੱਚ ਜੇ ਤੁਸੀਂ ਬੈਂਕ ਦੀ ਬੈਲੈਂਸ ਸ਼ੀਟ ਪੜ੍ਹੋ, ਜਿਹੜਾ ਡਿਪੋਜ਼ਿਟਸ ਹੈ ਬੈਂਕਾਂ ਦੇ, ਉਹ ਕਿਹੜੇ ਹੈੱਡ ਵਿੱਚ ਆਉਂਦੇ ਨੇ? ਉਹ ਬੈਂਕਾਂ ਦੀ ਲਾਇਬਿਲਿਟੀ ਵਾਲੇ ਹੈੱਡ ਵਿੱਚ ਆਉਂਦੇ ਨੇ। ਕਿਹੜੇ ਹੈੱਡ ਵਿੱਚ ਆਉਂਦੇ ਨੇ? ਲਾਇਬਿਲਿਟੀ ਵਾਲੇ ਹੈੱਡ ਦੇ ਵਿੱਚ ਆਉਂਦੇ ਨੇ। ਔਰ ਲਾਇਬਿਲਿਟੀ ਦਾ ਕਿਹੜਾ ਹੈੱਡ ਹੈ ਉਹਦੇ ਵਿੱਚ? ਅਨਸਿਕਿਉਰਡ ਬੋਰੋਇੰਗਸ। ਅਨਸਿਕਿਉਰਡ ਬੋਰੋਇੰਗਸ। ਇਹਦਾ ਮਤਲਬ ਕੀ ਹੋਇਆ? ਅਨਸਿਕਿਉਰਡ ਦਾ ਮਤਲਬ ਕੀ ਹੋਇਆ ਕਿ ਕੋਈ ਗਰੰਟੀ ਨਹੀਂ। ਬੋਰਿੰਗ ਦਾ ਕੀ ਮਤਲਬ ਹੋਇਆ? ਉਧਾਰ ਲਿੱਤਾ ਹੋਇਆ ਹੈ। ਜਿਹੜਾ ਪੈਸਾ ਬੈਂਕ ਦੇ ਕੋਲ ਤੁਹਾਡਾ ਪਿਆ ਹੈ, ਬੈਂਕ ਨੇ ਕੀ ਕੀਤਾ? ਉਹ ਤੁਹਾਡੇ ਤੋਂ ਉਧਾਰ ਲਿੱਤਾ ਹੋਇਆ। ਔਰ ਅਨਸਿਕਿਉਰਡ ਬੋਰਿੰਗ ਦਾ ਮਤਲਬ ਕੀ ਹੋਇਆ ਕਿ ਬੈਂਕ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ ਕਿ ਪੈਸਾ ਉਹ ਵਾਪਸ ਕਰੇ ਜਾਂ ਨਾ ਕਰੇ। ਅਸਲੀ ਮਤਲਬ ਤਾਂ ਇਹ ਨਿਕਲਦਾ। ਪਰ ਫਿਰ ਵੀ ਆਪਾਂ ਸਾਰੇ ਲੋਕੀ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਹਾਂ ਔਰ ਇਸ ਵਿਸ਼ਵਾਸ ਨਾਲ ਜਮ੍ਹਾਂ ਕਰਾਉਂਦੇ ਹਾਂ ਕਿ ਇਹ ਪੈਸਾ ਸਾਡਾ ਸਿਕਿਉਰ ਰਹੇਗਾ, ਇਹ ਪੈਸੇ ਨੂੰ ਕੁਝ ਨਹੀਂ ਹੋਏਗਾ। ਪਰ ਕਈ ਵਾਰੀ ਐਸੇ ਹਾਲਾਤ ਹੋ ਜਾਂਦੇ ਨੇ ਕਿ ਬੈਂਕ ਫੇਲ ਹੋ ਜਾਂਦੇ ਨੇ, ਤੇ ਜਦੋਂ ਬੈਂਕ ਫੇਲ ਹੋ ਜਾਂਦੇ ਨੇ ਉਸ ਵੇਲੇ ਰਿਜ਼ਰਵ ਬੈਂਕ ਆਫ ਇੰਡੀਆ ਐਕਸ਼ਨ ਲੈਂਦਾ ਹੈ। ਐਕਸ਼ਨ ਲੈ ਕੇ ਕੀ ਕਰਦਾ ਹੈ? ਬੈਂਕ ਨੂੰ ਮੋਰਾਟੋਰੀਅਮ ਦੇ ਵਿੱਚ ਪਾ ਦਿੰਦਾ ਹੈ, ਜਾਂ ਮੋਰਾਟੋਰੀਅਮ 'ਚ ਪਾ ਦਿੰਦਾ ਹੈ ਜਾਂ ਬੈਂਕ ਨੂੰ ਫੇਲ ਕਰ ਦਿੰਦਾ ਹੈ। ਜਦੋਂ ਮੋਰਾਟੋਰੀਅਮ ਦੇ ਵਿੱਚ ਪਾ ਦਿੰਦਾ ਹੈ ਤਾਂ ਉਸ ਵੇਲੇ ਬੈਂਕ ਕਹਿ ਦਿੰਦਾ ਕਿ ਤੁਸੀਂ 10,000 ਤੋਂ ਜ਼ਿਆਦਾ ਪੈਸੇ ਨਹੀਂ ਕਢਾ ਸਕਦੇ, ਜਾਂ 5,000 ਤੋਂ ਜ਼ਿਆਦਾ ਨਹੀਂ ਕਢਾ ਸਕਦੇ, ਜਾਂ 25,000 ਤੋਂ ਜ਼ਿਆਦਾ ਪੈਸੇ ਨਹੀਂ ਕਢਾ ਸਕਦੇ। ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬੈਂਕ ਉਸ ਵੇਲੇ ਲਗਾ ਦਿੰਦਾ। ਇਸ ਦਾ ਮਤਲਬ ਇਹ ਹੋਇਆ ਕਿ ਬੈਂਕ ਵਿੱਚ ਪੈਸੇ ਰੱਖਣਾ ਤਾਂ ਖਤਰਨਾਕ ਹੋ ਗਿਆ। DICGC ਕੀ ਕਰਦੀ ਹੈ? DICGC ਇਹ ਇੱਕ ਆਰਗੇਨਾਈਜੇਸ਼ਨ ਹੈ ਵਿਚ ਇਜ਼ ਓਨਡ ਬਾਏ ਰਿਜ਼ਰਵ ਬੈਂਕ ਆਫ ਇੰਡੀਆ। ਇਹਦਾ ਮਾਲਕ ਕੌਣ ਹੈ? ਇਹਦਾ ਮਾਲਕ ਹੈ ਰਿਜ਼ਰਵ ਬੈਂਕ ਆਫ ਇੰਡੀਆ। ਇਹਦਾ ਮਾਲਕ ਹੈ ਓਨਡ ਬਾਏ ਰਿਜ਼ਰਵ ਬੈਂਕ ਆਫ ਇੰਡੀਆ। ਬੇਸਿਕਲੀ 1961 ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀਗਾ। 1962 ਵਿੱਚ ਇੱਕ ਆਰਗੇਨਾਈਜੇਸ਼ਨ ਬਣੀ ਸੀ, ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਬਣੀ ਸੀਗੀ। ਔਰ ਉਸ ਤੋਂ ਬਾਅਦ ਉਹਨਾਂ ਨੇ ਬੈਂਕਾਂ ਦੇ ਵਿੱਚ ਡਿਪੋਜ਼ਿਟ ਦੀ ਇੰਸ਼ੋਰੈਂਸ ਕੀਤੀ ਸੀਗੀ। ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ 200 ਰੁਪਏ ਤੱਕ ਦਾ ਜਿਹੜਾ ਡਿਪੋਜ਼ਿਟ ਸੀ ਉਹਦੀ ਇੰਸ਼ੋਰੈਂਸ ਕੀਤੀ ਗਈ ਸੀਗੀ। ਔਰ ਤੁਹਾਨੂੰ ਇਹ ਵੀ ਸੁਣ ਕੇ ਹੈਰਾਨੀ ਹੋਏਗੀ ਕਿ 90% ਡਿਪੋਜ਼ਿਟ ਬੈਂਕਿੰਗ ਇੰਡਸਟਰੀ ਦਾ ਉਸ ਵੇਲੇ 200 ਰੁਪਏ ਤੋਂ ਨੀਚੇ ਹੁੰਦਾ ਸੀ। ਹੁਣ ਇਸ ਤੋਂ ਪਹਿਲਾਂ DICGC ਦੀ ਜਿਹੜੀ ਲਿਮਿਟ ਸੀਗੀ ਇੰਸ਼ੋਰੈਂਸ ਦੀ, ਉਹ ਸੀ 1 ਲੱਖ ਰੁਪਏ। ਇਹ ਜਿਹੜੀ DICGC ਕਾਰਪੋਰੇਸ਼ਨ ਹੈ ਇਹ 1978 ਦੇ ਵਿੱਚ ਬਣੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ 1962 ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਬਣੀ ਸੀ, ਫਿਰ ਇੱਕ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਬਣੀ ਸੀ। ਦੋਨਾਂ ਨੂੰ ਮਿਲਾ ਕੇ 1978 ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਜਿਹਦਾ ਨਾਮ ਰੱਖਿਆ ਗਿਆ DICGC ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ, ਓਨਡ ਬਾय रिजर्व बैंक ऑफ इंडिया।
ਇਹਦੇ ਮੁਤਾਬਕ ਜਿਹੜੀ ਤੁਹਾਡੀ ਇੰਸ਼ੋਰੈਂਸ ਸੀਗੀ ਉਹ 1 ਲੱਖ ਰੁਪਏ ਤੱਕ ਸੀ, ਜਿਹੜੀ ਕਿ ਹੁਣ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਹੋਇਆ ਹੈ ਔਰ ਲਿਮਟ ਵਧਾ ਕੇ ਕਿੰਨੀ ਕਰ ਦਿੱਤੀ ਗਈ ਹੈ, 5 ਲੱਖ ਰੁਪਏ ਕਰ ਦਿੱਤੀ ਗਈ ਹੈ। ਔਰ ਤੁਹਾਨੂੰ ਦੱਸਿਆ ਸੀਗਾ ਕਿਹੜਾ ਡਿਪੋਜ਼ਿਟ ਇੰਸ਼ੋਰਡ ਹੈ, ਸੇਵਿੰਗ, ਫਿਕਸਡ, ਕਰੰਟ ਤੇ ਆਰਡੀ, ਐਕਸੈਪਟ ਕਿਹੜਾ ਡਿਪੋਜ਼ਿਟ ਇੰਸ਼ੋਰਡ ਨਹੀਂ ਹੈ, ਡਿਪੋਜ਼ਿਟ ਆਫ ਫੋਰਨ ਗਵਰਨਮੈਂਟਸ, ਸੈਂਟਰਲ ਸਟੇਟ ਗਵਰਨਮੈਂਟਸ, ਇੰਟਰਬੈਂਕ ਡਿਪੋਜ਼ਿਟ, deposit of stand land development banks with the state cooperative banks, any amount due on account of deposit received from outside। ਬਾਹਰੋਂ ਕਿਸੇ ਨੇ ਕੋਈ ਪੈਸਾ ਇੰਡੀਆ ਦੇ ਵਿੱਚ ਡਿਪੋਜ਼ਿਟ ਕੀਤਾ ਹੋਵੇ ਉਹਦਾ ਵੀ ਕੋਈ ਇੰਸ਼ੋਰੈਂਸ ਨਹੀਂ, 5 ਲੱਖ ਰੁਪਇਆ ਨਹੀਂ ਮਿਲੇਗਾ। any amount which has been specifically exempted by the corporation with the previous approval of RBI, ਜਾਂ ਕੋਈ ਹੋਰ ਵੀ ਪੈਸਾ ਜਿਹੜਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੀ ਪਰਮਿਸ਼ਨ ਨਾਲ DICGC ਨੇ ਕਿਹਾ ਹੋਵੇ ਅਸੀਂ ਪੈਸਾ ਇਹ ਵਾਪਸ ਨਹੀਂ ਕਰਨਾ। ਸੋ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇੱਥੋਂ ਐਗਜ਼ਾਮ ਦੇ ਵਿੱਚ ਕੁਐਸਚਨ ਆਉਣਾ ਹੀ ਆਉਣਾ ਹੈ। RBI ਟੂ ਲਾਂਚ ਪ੍ਰਿਜ਼ਮ ਫॉर ਬੈਟਰ ਸੁਪਰਵਿਜ਼ਨ। ਹੁਣ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਜਿਹੜੀ ਸੀ ਤੁਸੀਂ ਨਹੀਂ ਜਾਣਾ, ਸਿਰਫ ਪ੍ਰਿਜ਼ਮ ਦੀ ਫੁੱਲ ਫਾਰਮ ਹੈ, ਇਹਨੂੰ ਚੈੱਕ ਕਰਨਾ ਕਿ ਐਗਜ਼ਾਮ 'ਚ ਕੁਐਸਚਨ ਕੀ ਆ ਸਕਦਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਹੈਜ਼ ਲਾਂਚਡ ਅ ਸਕੀਮ ਨੋਨ ਐਜ਼ ਪ੍ਰਿਜ਼ਮ ਫॉर strengthening the internal defenses and resilience and all ठीक है जी। what is the full form of PRISM? so PRISM ਦੀ full form ਕੀ ਹੋਈ ਸਾਡੇ ਕੋਲ ਹੈ, platform for regulated entities for integrated supervision and monitoring, ਇਹਦੀ full form ਹੋ ਗਈ, ਠੀਕ ਹੈ ਜੀ। ਸੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀ ਉਹ ਵੀ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। ਰਿਵਾਈਜ਼ਡ ਗਾਈਡਲਾਈਨਸ ਫॉर ਬੈਂਕ ਲੋਕਰਸ ਐਂਡ ਸੇਫ ਡਿਪੋਜ਼ਿਟਸ। ਆਮ ਤੌਰ ਤੇ ਅਸੀਂ ਦੇਖਿਆ ਕਿ ਬੈਂਕਾਂ ਦੇ ਵਿੱਚ ਲੋਕਰ ਲੈਣ ਵਾਸਤੇ ਬੈਂਕਰ ਇਨਸਿਸਟ ਕਰਦੇ ਨੇ ਕਿ ਤੁਸੀਂ FD ਖੋਲੋ ਬੈਂਕ ਦੇ ਵਿੱਚ ਜਾਂ ਕੋਈ ਸਿਕਿਉਰਿਟੀ ਦਿਓ। ਸੋ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹਦੇ ਵਾਸਤੇ ਇੱਕ ਸਟੈਂਡਰਡ ਗਾਈਡਲਾਈਨ ਸਾਰੇ ਬੈਂਕਾਂ ਵਾਸਤੇ ਬਣਾ ਦਿੱਤੀਆਂ ਨੇ, ਔਰ ਉਹ ਬੈਂਕਾਂ ਦੇ ਵਿੱਚ ਜਿਹੜੇ ਕਿਹੜੇ ਕੰਮ ਜਿਹੜੇ ਸੀਗੇ ਕੀ ਕਰਨੇ ਪੈਣਗੇ। ਇੱਕ ਤਾਂ ਉਹਨਾਂ ਨੇ ਕੀ ਕਿਹਾ, ਇੱਕ ਮਾਡਲ ਲੋਕਰ ਐਗਰੀਮੈਂਟ, ਸਾਰਿਆਂ ਵਾਸਤੇ ਇੱਕ ਮਾਡਲ ਲੋਕਰ ਐਗਰੀਮੈਂਟ ਜਿਹੜਾ ਸੀਗਾ ਉਹ ਬਣ ਜਾਏਗਾ, ਦੈਟ ਇਜ਼ ਵਨ ਪਾਰਟ ਆਫ ਇਟ। ਔਰ ਬੈਂਕਾਂ ਦੇ ਵਿੱਚ ਜਿਹੜੇ ਵੀ ਵੇਕੈਂਟ ਲੋਕਰ ਹੋਣਗੇ ਉਹਨਾਂ ਦੀ ਲਿਸਟ ਜਿਹੜੀ ਸੀਗੀ ਉਹ ਡਿਸਪਲੇ ਹੋਏਗੀ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਲੋਕਰ ਜਿਹੜੇ ਸੀਗੇ ਉਹ ਅਵੇਲੇਬਲ ਹੈਗੇ ਨੇ। ਔਰ ਇਹ ਸਾਰਾ ਸਿਸਟਮ 1 ਜਨਵਰੀ 2022 ਤੋਂ ਇਹ ਲਾਗੂ ਹੋ ਜਾਣਾ ਹੈ। ਇਸ ਦੇ ਨਾਲ ਹੀ ਡਿਪੋਜ਼ਿਟ ਵਾਸਤੇ ਕਿਹਾ ਉਹਨਾਂ ਨੇ ਕਿ ਲੋਕਰ ਰੈਂਟ ਵਾਸਤੇ ਜਿਹੜੀ ਸੀਗੀ FD ਲਿੱਤੀ ਜਾ ਸਕਦੀ ਹੈ, ਉਹਦੇ 'ਚ ਕੀ ਹੋ ਸਕਦਾ ਕਿ 3 ਸਾਲ ਤੱਕ ਦਾ ਕਿਰਾਇਆ ਉਹਦੇ ਵਿੱਚ ਜਮ੍ਹਾਂ ਹੋਵੇ। ਸੋ ਦੈਟ ਮੀਨਸ ਜੇ ਕਿਸੇ ਲੋਕਰ ਦਾ ਕਿਰਾਇਆ 1000 ਰੁਪਇਆ ਹੈ ਤਾਂ 3000 ਰੁਪਏ ਤੱਕ ਦੀ FD ਬੈਂਕ ਉਹਦੇ ਵਾਸਤੇ ਲੈ ਸਕਦਾ। ਨਾਰਮਲੀ ਬੈਂਕ ਕੀ ਕਰਦੇ ਸੀਗਾ ਜੀ, ਸਾਨੂੰ 50000 ਦੀ FD ਦਿਓ, ਸਾਨੂੰ ਲੱਖ ਰੁਪਏ ਦੀ FD ਦਿਓ। ਸੋ ਇਸ ਕਰਕੇ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਚੀਜ਼ ਜਿਹੜੀ ਸੀਗੀ ਉਹ ਠੀਕ ਨਹੀਂ ਹੈ। ਹੁਣ ਮੈਕਸਿਮਮ 3 ਸਾਲ ਦੀ ਜਿਹੜੀ FD ਹੈ ਉਹ ਬੈਂਕ ਕਲੇਮ ਕਰ ਸਕਦਾ ਕਿ ਤੁਸੀਂ ਬੈਂਕ ਦੇ ਇੰਨੀ FD ਕਰਾਓ। ਔਰ RBI ਨੇ ਇਹ ਵੀ ਕਲੈਰੀਫਾਈ ਕੀਤਾ ਕਿ ਜੇ ਕੋਈ ਲਾਸ ਹੋ ਜਾਏ ਡਿਊ ਟੂ ਨੈਚੁਰਲ ਕੈਲੈਮਿਟੀਜ਼ ਤਾਂ ਬੈਂਕਾਂ ਵਾਲਿਆਂ ਨੂੰ ਉੱਥੇ ਕੋਈ ਨਾ ਕੋਈ ਆਪਣਾ ਇੰਤਜ਼ਾਮ ਕਰਕੇ ਰੱਖਣਾ ਚਾਹੀਦਾ। ਔਰ ਨਾਲ ਇੱਕ ਗੱਲ ਹੋਰ ਜਿਹੜੀ ਵੈਰੀ ਇੰਪੋਰਟੈਂਟ ਹੈ, ਇਨ ਕੇਸ ਆਫ ਰੋਬਰੀ, ਫਰਾਡ ਔਰ ਕਮਿਟਡ ਬਾਏ ਦਾ EMPLOYEE, ਉਹਦੇ ਵਿੱਚ ਲਾਸ ਕਿੰਨਾ ਬੈਂਕ ਕੰਪਨਸੇਟ ਕਰੇਗਾ, 100 ਟਾਈਮਸ ਦਾ ਪ੍ਰੀਵੇਲਿੰਗ ਐਨੂਅਲ ਰੈਂਟ ਆਫ ਦਾ ਲੋਕਰ। ਓਕੇ ਨਾ, ਜੇ ਲੋਕਰ ਦਾ 1000 ਰੁਪਏ ਰੈਂਟ ਹੈ ਤਾਂ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਜਿਹੜਾ ਸੀਗਾ ਬੈਂਕ ਉਹਨੂੰ ਕਲੇਮ ਦੇ ਸਕਦਾ ਹੈ। ਇਸ ਤੋਂ ਪਹਿਲਾਂ ਬੈਂਕਸ ਦੇ ਵਰ ਨਾਟ ਲਾਇਬਲ ਐਟ ਆਲ, ਕਿਉਂਕਿ ਲੋਕਰ ਜਿਹੜੀ ਫੈਸਿਲਿਟੀ ਸੀਗੀ ਉਹ ਬੈਂਕ ਇੱਕ ਲੋਕਰ ਫੈਸਿਲਿਟੀ ਦੇ ਰਿਹਾ ਸੀਗਾ। ਹੁਣ ਬੈਂਕਾਂ ਦੀ ਰਿਸਪੌਂਸਿਬਿਲਿਟੀ ਵੀ ਨਾਲ, ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਦੀ ਰਿਸਪੌਂਸਿਬਿਲਿਟੀ ਵੀ ਨਾਲ ਫਿਕਸ ਕਰ ਦਿੱਤੀ ਹੈ। ਇਸ ਦੇ ਉੱਤੇ ਇੱਕ ਕੁਐਸਚਨ ਐਗਜ਼ਾਮ ਦੇ ਵਿੱਚ ਡੈਫੀਨੇਟਲੀ ਆਉਣਾ ਚਾਹੀਦਾ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਹੁਣ ਇਹ, ਫਸਟ ਫਾਈਨੈਂਸ਼ੀਅਲ ਇਨਕਲੂਜਨ ਇੰਡੈਕਸ ਰਿਲੀਜ਼ਡ। RBI ਨੇ ਫਾਈਨੈਂਸ਼ੀਅਲ ਇਨਕਲੂਜਨ ਇੰਡੈਕਸ ਇੱਕ ਨਵਾਂ ਬਣਾਇਆ। ਕਾਫੀ ਸਾਰੇ ਇੰਡੈਕਸਿਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰੀਸੈਂਟਲੀ ਡਿਕਲੇਅਰ ਹੋਏ ਨੇ। ਇੱਕ ਫਾਈਨੈਂਸ਼ੀਅਲ ਇਨਕਲੂਜਨ ਇੰਡੈਕਸ ਹੈ, ਇੱਕ ਡਿਜੀਟਲ ਫਾਈਨੈਂਸ਼ੀਅਲ ਇੰਡੈਕਸ ਹੈਗਾ ਜਿਹੜਾ ਕਿ ਹੋਰ ਅੱਗੇ ਆਏਗਾ ਆਪਣੇ ਕੋਲ ਉਹ। ਸੋ ਦਿਸ ਇਜ਼ ਫਾਈਨੈਂਸ਼ੀਅਲ ਇਨਕਲੂਜਨ ਇੰਡੈਕਸ। ਇਹ 17 ਅਗਸਤ 2021 ਨੂੰ ਲਾਂਚ ਕੀਤਾ ਗਿਆ। ਕਿਸ ਵਾਸਤੇ ਲਾਂਚ ਕੀਤਾ ਗਿਆ? ਟੂ ਕੈਪਚਰ ਦਾ ਐਕਸਟੈਂਟ ਆਫ ਫਾਈਨੈਂਸ਼ੀਅਲ ਇਨਕਲੂਜਨ ਅਕ੍ਰੋਸ ਦਾ ਕੰਟਰੀ। ਇਸ ਦਾ ਮਤਲਬ ਕੀ ਹੈ ਕਿ ਟੋਟਲ ਸਾਰੇ ਦੇਸ਼ ਦੇ ਵਿੱਚ ਕਿੰਨੀ ਫਾਈਨੈਂਸ਼ੀਅਲ ਇਨਕਲੂਜਨ ਹੋ ਚੁੱਕੀ ਹੈ। ਮਤਲਬ
ਬੈਂਕਾਂ ਦੇ ਵਿੱਚ ਲੋਕਾਂ ਦੇ ਕਿੰਨੇ % ਲੋਕਾਂ ਦੇ ਬੈਂਕਾਂ 'ਚ ਖਾਤੇ ਹੈਗੇ ਨੇ, ਜਾਂ ਉਹਨਾਂ ਦੀ ਇੰਸ਼ੋਰੈਂਸ ਹੋਈ ਹੈ, ਜਾਂ ਉਹਨਾਂ ਕੋਲ ਕੋਈ ਹੋਰ ਸੇਫਟੀ ਨੋਰਮਸ ਹੈਗੇ ਨੇ ਆਪਣੇ ਪੈਸੇ ਨੂੰ ਬਚਾ ਕੇ ਰੱਖਣ ਵਾਲੇ ਹੈ। ਔਰ ਇਹ ਵੀ ਨਾਲ ਕਿਹਾ ਕਿ ਇਸ ਦੀ ਜਿਹੜੀ ਸੀਗੀ ਦਾ ਐਨੂਅਲ ਫਾਈਨੈਂਸ਼ੀਅਲ ਇੰਡੈਕਸ ਫॉर द ਪੀਰੀਅਡ ਮਾਰਚ 21 ਇਜ਼ 53 ਅਗੇਂਸਟ 43 ਫॉर द ਪੀਰੀਅਡ ਐਂਡਿੰਗ ਮਾਰਚ 2017। ਠੀਕ ਹੈ ਜੀ। ਜੇ ਮਾਰਚ 2017 ਦੇ ਵਿੱਚ ਨਾਲ ਕੰਪੇਅਰ ਕੀਤਾ ਜਾਵੇ ਤਾਂ ਮਾਰਚ 2021 ਦੇ ਵਿੱਚ ਇਹਦਾ ਜਿਹੜਾ ਬੰਦਾ ਇੰਡੈਕਸ ਬੰਦਾ ਉਹ 53.9 ਬੰਦਾ, ਜਦੋਂ ਕਿ ਮਾਰਚ 17 ਦੇ ਵਿੱਚ ਇਹ 43.4 ਸੀਗਾ। ਸੋ ਇਸ ਤਰੀਕੇ ਨਾਲ ਇੱਕ ਨਵਾਂ ਇੰਡੈਕਸ ਰਿਜ਼ਰਵ ਬੈਂਕ ਆਫ ਇੰਡੀਆ ਨੇ ਡਿਕਲੇਅਰ ਕੀਤਾ ਹੈ। ਹਾਂਜੀ, ਕੁਐਸਚਨ ਕੀ ਹੋ ਸਕਦਾ ਹੈ? ਵਾਟ ਇਜ਼ ਦ ਪਰਪਸ ਆਫ ਫਾਈਨੈਂਸ਼ੀਅਲ ਇੰਡੈਕਸ ਲਾਂਚ ਬਾਈ RBI to capture the extent of financial inclusion across the country? ਸੋ ਇਹ ਜਿਹੜੀ ਚੀਜ਼ ਹੈਗੀ ਹੈ, ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। No security for SHG loan up to 20 lakh। SHG ਦੀ ਫੁੱਲ ਫਾਰਮ ਕੀ ਹੋਈ? ਸੈਲਫ ਹੈਲਪ ਗਰੁੱਪ। ਇਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਕਿਹਾ ਜਾਂਦਾ ਹੈ ਸੈਲਫ ਹੈਲਪ ਗਰੁੱਪ। ਸੈਲਫ ਹੈਲਪ ਗਰੁੱਪ ਆਪਣੇ ਆਪ ਦੇ 'ਚ ਇੱਕ ਟੌਪਿਕ ਹੈ ਜਿਹਨੂੰ ਕਿ ਆਪਾਂ ਅਲੱਗ ਤੌਰ ਦੇ ਉੱਤੇ ਦੇਖਾਂਗੇ ਅਤੇ ਪੜ੍ਹਾਂਗੇ। ਜਦੋਂ ਪ੍ਰਾਇੋਰਟੀ ਸੈਕਟਰ ਦੇਖਦੇ ਹਾਂ ਅਸੀਂ ਦੇਖਦੇ ਹਾਂ ਕਿ ਸੈਲਫ ਹੈਲਪ ਗਰੁੱਪ ਵੀ ਨਾਲ ਪੜ੍ਹੇ ਜਾਂਦੇ ਨੇ। ਸੈਲਫ ਹੈਲਪ ਗਰੁੱਪ ਕੀ ਹੈ ਕਿ ਪਿੰਡਾਂ ਦੇ ਵਿੱਚ ਛੋਟੇ ਛੋਟੇ ਗਰੁੱਪ ਬਣਾਏ ਜਾਂਦੇ ਨੇ ਔਰ ਉਹਨਾਂ ਨੂੰ ਫਿਰ ਕੰਮ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਕਿ ਤੁਸੀਂ ਆਪਣਾ ਕੋਈ ਮਿਲ ਕੇ ਕੰਮ ਕਰੋ। ਉਹਨਾਂ ਨੂੰ ਬੈਂਕਾਂ ਤੋਂ ਲੋਨ ਮਿਲ ਜਾਂਦੇ ਨੇ ਔਰ ਮੈਕਸਿਮਮ ਲੋਨ ਦੀ ਪਹਿਲਾਂ ਜਿਹੜੀ ਲਿਮਿਟ ਸੀਗੀ ਉਹ ਪਹਿਲਾਂ 10 ਲੱਖ ਰੁਪਏ ਲਿਮਿਟ ਸੀਗੀ। ਪਹਿਲਾਂ ਲਿਮਿਟ ਕਿੰਨੀ ਸੀ? 10 ਲੱਖ ਸੀ। ਗੌਰਮੈਂਟ ਨੇ ਵਧਾ ਕੇ ਇਹ 20 ਲੱਖ ਕਰ ਦਿੱਤੀ ਹੈ। ਔਰ ਸਭ ਤੋਂ ਵੱਡੀ ਗੱਲ ਹੋਰ ਕੀ ਹੈ ਕਿ ਇਹਦੇ ਵਾਸਤੇ ਕੋਈ ਸਿਕਿਉਰਿਟੀ ਨਹੀਂ ਹੋਏਗੀ। ਨੋ ਸਿਕਿਉਰਿਟੀ, ਨੋ ਕੋਲੇਟਰਲ ਸਿਕਿਉਰਿਟੀ। ਸੋ ਇਹ ਇੱਕ ਬਹੁਤ ਵੱਡਾ ਸਟੈਪ ਹੈ। ਇਸ ਦੇ ਨਾਲ ਕੀ ਤੁਸੀਂ ਕਹਿ ਸਕਦੇ ਹੋ ਕਿ ਬੈਂਕਾਂ ਦੇ NPA ਵੱਧ ਜਾਣਗੇ? ਇਸ ਤਰ੍ਹਾਂ ਦੇ ਕਈ ਵਾਰੀ ਤੁਹਾਨੂੰ ਇੰਟਰਵਿਊ ਦੇ 'ਚ ਇਸ ਤਰ੍ਹਾਂ ਦੇ ਸਵਾਲ ਪੁੱਛ ਲੈਂਦੇ ਨੇ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕਿ ਸੈਲਫ ਹੈਲਪ ਗਰੁੱਪ ਦੇ ਵਿੱਚ 20 ਲੱਖ ਰੁਪਏ ਦਾ ਲੋਨ ਦਿੱਤਾ ਜਾ ਸਕਦਾ ਵਿਦਾਊਟ ਐਨੀ ਸਿਕਿਉਰਿਟੀ। ਕੀ ਬੈਂਕਾਂ ਦੇ NPA ਦੇ ਨਾਲ ਵੱਧ ਜਾਣਗੇ? ਡੈਫੀਨੇਟਲੀ ਇਹਨਾਂ ਦਾ ਬੈਂਕਾਂ ਦੇ ਲੋਨਿੰਗ ਦੇ ਉੱਤੇ ਅਸਰ ਪਏਗਾ ਔਰ ਵੱਧ ਸਕਦੇ ਨੇ ਇਹ ਨਾਲੇ ਵਨਸ ਅਗੇਨ ਇਹ ਕਿਹਦੇ ਵਿੱਚ ਵਧਾਇਆ ਗਿਆ? ਦਿਸ ਇਜ਼ ਅੰਡਰ NRLM ਸਕੀਮ, ਨੈਸ਼ਨਲ ਰੂਰਲ ਲਾਈਵਲੀਹੁੱਡ ਸਕੀਮ ਮਿਸ਼ਨ ਜਿਹੜਾ ਸੀਗਾ ਉਹਦੇ 'ਚ ਕੀਤਾ ਗਿਆ। ਦੀਨ ਦਿਆਲ ਅੰਤੋਦਿਆ ਯੋਜਨਾ। ਪਿੰਡਾਂ ਦੇ ਵਿੱਚ ਲੋਨਿੰਗ ਵਾਸਤੇ ਜਿਹੜੀ ਸਕੀਮ ਚੱਲਦੀ ਸੀਗੀ, ਇੱਕ ਤਾਂ ਉਹਦਾ ਨਾਮ ਆਜੀਵਿਕਾ ਵੀ ਹੈ, ਉਹਦਾ ਨਾਮ NRLM ਵੀ ਹੈ। ਔਰ ਜੇ 2010 ਤੋਂ ਪਹਿਲਾਂ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ ਸੀ, ਜਿਹਦਾ ਨਾਮ ਬਦਲ ਕੇ ਬਾਅਦ 'ਚ NRLM ਕੀਤਾ ਗਿਆ। ਉਸ ਨੂੰ ਫਿਰ ਨਾਮ ਆਜੀਵਿਕਾ ਦਿੱਤਾ ਗਿਆ। ਹੁਣ ਨਾਲ ਉਹਦੇ ਦੀਨ ਦਿਆਲ ਅੰਤੋਦਿਆ ਯੋਜਨਾ ਇਹ ਨਾਲ ਐਡ ਕਰ ਦਿੱਤਾ ਗਿਆ। So basically all this scheme is for rural population ਨੂੰ ਗਰੀਬੀ ਰੇਖਾ ਤੋਂ ਉੱਪਰ ਲੈ ਕੇ ਆਉਣ ਵਾਸਤੇ ਇਸ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਗਈਆਂ ਨੇ। ਔਰ ਜਿਹੜਾ ਮੇਨ ਇੰਪੋਰਟੈਂਟ ਕੰਮ ਹੈ ਕਿ 20 ਲੱਖ ਰੁਪਏ ਤੱਕ ਦਾ ਲੋਨ ਉਹ ਬਿਨਾਂ ਸਿਕਿਉਰਿਟੀ ਕਰ ਦਿੱਤਾ ਗਿਆ। ਐਗਜ਼ਾਮ ਕੁਐਸਚਨ ਕੀ ਆ ਸਕਦਾ ਹੈ? ਵਾਟ ਇਜ਼ ਦ ਪੋਲਿਸੀ ਰਿਗਾਰਡਿੰਗ ਗ੍ਰਾਂਟਿੰਗ ਲੋਨ ਟੂ SHG for giving loans without any security? What is the maximum amount of loan which can be given without security to a self help group? So ਉੱਥੇ ਜਵਾਬ ਕੀ ਹੋਏਗਾ ਤੁਹਾਡਾ? 20 ਲੱਖ ਰੁਪਇਆ ਤੁਹਾਡਾ ਉਹਦੇ 'ਚ ਜਵਾਬ ਹੋਏਗਾ। these self help groups ਇਹਨਾਂ ਨੂੰ ਕਿਸੇ ਸੁਸਾਇਟੀ ਐਕਟ ਦੇ ਵਿੱਚ ਨਹੀਂ ਰਜਿਸਟਰ ਕਰਨਾ ਪੈਂਦਾ, ਕਿਸੇ ਸਟੇਟ ਕੋਆਪਰੇਟਿਵ ਸੁਸਾਇਟੀ ਐਕਟ 'ਚ ਰਜਿਸਟਰ ਨਹੀਂ ਕਰਨਾ ਪੈਂਦਾ। ਇਹ ਇੱਕ ਵੋਲੰਟਰੀ ਗਰੁੱਪ ਹੈ ਔਰ ਵੋਲੰਟਰੀ ਗਰੁੱਪ ਆਪਣਾ ਇੱਕ ਰਜਿਸਟਰ ਬਣਾ ਕੇ ਉਹਦੇ ਉੱਤੇ ਸਾਰੇ ਜਣੇ ਸਾਈਨ ਕਰ ਲੈਂਦੇ ਨੇ, ਉਹਦਾ ਰਿਕਾਰਡ ਮੇਨਟੇਨ ਕਰਦੇ ਨੇ ਔਰ ਉਹ ਫਿਰ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਬੈਂਕਾਂ ਦੇ ਕੋਲ ਜਾਂਦੀ ਹੈ ਅਤੇ ਬੈਂਕ ਉਹਨਾਂ ਨੂੰ ਲੋਨ ਦੇ ਦਿੰਦੇ ਨੇ। ਇਹ ਲੋਨ ਦੇ ਕੈਨ ਗਿਵ ਅਮੰਗ ਦੈਮਸੈਲਵਸ ਆਲਸੋ। 20 ਲੱਖ ਰੁਪਏ ਦਾ ਲੋਨ ਹੈ, ਲੈਟ ਅਸ ਸੇ ਦੇ ਆਰ 10 ਮੈਂਬਰਸ, ਐਵਰੀਬਡੀ ਕੈਨ ਗੈਟ 2 ਲੱਖ ਰੁਪੀਜ਼ ਕਿ ਅਸੀਂ ਆਪਣਾ ਕੰਮ ਕਰਨਾ। ਫਿਰ ਉਹਨਾਂ ਦੀਆਂ ਆਪਸ ਦੇ ਵਿੱਚ ਕਿਸ਼ਤਾਂ ਹੋ ਜਾਣਗੀਆਂ ਕਿ ਤੁਸੀਂ ਹਰ ਮਹੀਨੇ ਇੰਨੇ ਪੈਸੇ ਵਾਪਸ ਕਰਨੇ ਨੇ, ਤਾਂ ਕਿ ਬੈਂਕਾਂ ਦੇ ਫਿਰ ਪੈਸੇ ਅਲਟੀਮੇਟਲੀ ਵਾਪਸ ਕੀਤੇ ਜਾ ਸਕਣ। ਸੋ ਦਿਸ ਇਜ਼ ਹਾਊ ਦਿਸ ਪਰਟੀਕੂਲਰ ਸਕੀਮ ਆਪਰੇਟ ਕਰਦੀ ਹੈ। RBI decides not to change key rates। ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ RBI ਕੀ ਡਿਸਾਈਡ ਕਰਦਾ ਹੈ? RBI ਮੋਨਿਟਰੀ ਪੋਲਿਸੀ ਡਿਸਾਈਡ ਕਰਦਾ। ਮੋਨਿਟਰੀ ਪੋਲਿਸੀ ਦੀ ਡਿਊਰੇਸ਼ਨ ਜਾਂ ਅਸੀਂ ਕਹੀਏ ਕਿ ਆਫਟਰ ਹਾਊ ਮੈਨੀ ਟਾਈਮਸ, ਆਫਟਰ ਹਾਊ ਮਚ ਪੀਰੀਅਡ ਇਹ ਪਾਲਿਸੀ ਅਨਾਊਂਸ ਕੀਤੀ ਜਾਂਦੀ ਹੈ। ਇਟ ਇਜ਼ ਬਾਈ ਮੰਥਲੀ ਪਾਲਿਸੀ। ਬਾਈ ਮੰਥਲੀ ਪਾਲਿਸੀ ਦਾ ਕੀ ਮਤਲਬ ਹੁੰਦਾ ਹੈ ਕਿ ਹਰ 2 ਮਹੀਨੇ ਬਾਅਦ। ਕਿਸੇ ਵੇਲੇ ਇਹ ਈਅਰਲੀ ਪਾਲਿਸੀ ਹੋਇਆ ਕਰਦੀ ਸੀਗੀ,
ਫਿਰ ਇਹਨੂੰ ਹਾਫ ਈਅਰਲੀ ਕੀਤਾ ਗਿਆ, ਫਿਰ ਇਹਨੂੰ ਕੁਆਟਰਲੀ ਕੀਤਾ ਗਿਆ। ਹੁਣ ਇਹ ਪਾਲਿਸੀ ਹਰ 2 ਮਹੀਨੇ ਬਾਅਦ ਇਹਨੂੰ ਰਿਵਿਊ ਕੀਤਾ ਜਾਂਦਾ ਹੈ, ਮੋਨਟਰੀ ਪਾਲਿਸੀ ਨੂੰ ਅਨਾਉਂਸ ਕੀਤਾ ਜਾਂਦਾ ਹੈ। ਸੋ ਹੁਣ ਲਾਸਟ ਜਿਹੜੀ ਮੀਟਿੰਗ ਹੋਈ ਸੀਗੀ RBI ਦੀ, ਉਹ ਹੋਈ ਸੀ 6 ਅਗਸਤ 2021 ਨੂੰ ਹੋਈ ਸੀਗੀ, ਔਰ 6 ਅਗਸਤ 2021 ਨੂੰ ਜਿਹੜੀ ਪਾਲਿਸੀ ਮੀਟਿੰਗ ਹੋਈ ਸੀ, ਉਹ ਮੀਟਿੰਗ ਕਿਸ ਚੀਜ਼ ਦੀ ਹੁੰਦੀ ਜਿਹੜੀ ਇਹ ਅਨਾਉਂਸ ਕਰਦੀ ਹੈ? ਦੈਟ ਇਜ਼ ਨੋਨ ਐਜ਼ MPC। MPC 'ਚ ਕਿੰਨੇ ਮੈਂਬਰ ਹੁੰਦੇ ਨੇ? 6 ਮੈਂਬਰ ਹੁੰਦੇ ਨੇ। 6 ਦੇ ਵਿੱਚੋਂ 3 RBI ਦੇ ਹੁੰਦੇ ਨੇ ਔਰ 3 ਨੋਮੀਨੇਟ ਕੀਤੇ ਜਾਂਦੇ ਨੇ, ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ। ਟੋਟਲ 6 ਮੈਂਬਰ ਹੁੰਦੇ ਨੇ। ਇਟ ਇਜ਼ ਹੈਲਡ ਅੰਡਰ ਦਾ ਚੇਅਰਮੈਨਸ਼ਿਪ ਆਫ ਗਵਰਨਰ ਆਫ RBI। ਚੇਅਰਮੈਨ ਇਹਦਾ ਕੌਣ ਹੁੰਦਾ ਹੈ? RBI ਦਾ ਗਵਰਨਰ ਇਹਦਾ ਚੇਅਰਮੈਨ ਹੁੰਦਾ ਹੈ। ਔਰ ਇਨ ਕੇਸ ਆਫ ਟਾਈ, ਜੇ ਟਾਈ ਹੋ ਜਾਏ, ਕਿਉਂਕਿ 6 ਮੈਂਬਰ ਹੈਗੇ ਨੇ ਤਾਂ ਟਾਈ ਵੀ ਹੋ ਸਕਦੀ ਹੈ, ਤਾਂ ਚੇਅਰਮੈਨ ਦੀ ਜਿਹੜੀ ਵੀਟੋ ਹੈ ਉੱਥੇ ਪ੍ਰੀਵੇਲ ਕਰੇਗੀ ਕਿ ਉਹਦੇ ਕੋਲ ਇੱਕ ਰਾਈਟ ਹੈ ਕਿ ਉਹ ਇੱਕ ਵੋਟ ਹੋਰ ਪਾ ਕੇ ਕਿਸੇ ਚੀਜ਼ ਨੂੰ ਵੀ ਉਹ ਡਿਸਾਈਡ ਕਰ ਸਕਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇੱਥੇ ਕੀ ਆ ਰਹੀ ਹੈ ਹੁਣ ਇਸ ਵੇਲੇ, ਕਿ ਜਿਹੜੀ 6 ਅਗਸਤ ਨੂੰ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਕਿਹੜੇ ਰੇਟ ਫਿਕਸ ਕੀਤੇ ਗਏ, ਚੇਂਜ ਕੀਤੇ ਗਏ ਕਿ ਨਹੀਂ ਕੀਤੇ ਗਏ? ਨੋ ਚੇਂਜ, ਕੋਈ ਚੇਂਜ ਨਹੀਂ ਕੀਤੀ ਗਈ। ਉਹਦੇ ਵਿੱਚ ਕੀ ਕੀਤਾ ਗਿਆ ਕਿ ਸਾਡਾ ਰੈਪੋ ਰੇਟ ਕਿੰਨਾ, ਉਹ 4% ਹੈ, ਰਿਵਰਸ ਰੈਪੋ ਰੇਟ ਕਿੰਨਾ 3.35 ਹੈ, ਔਰ ਬੈਂਕ ਰੇਟ ਕਿੰਨਾ 4.25 ਹੈ, MSF ਕਿੰਨਾ 4.25 ਹੈ, CRR ਕਿੰਨੀ ਹੈ 4% ਹੈ, ਔਰ SLR ਕਿੰਨੀ ਹੈ 18% ਹੈ। ਇਹਨਾਂ ਰੇਟਸ ਨੂੰ ਯਾਦ ਰੱਖੋ। ਇੱਕ one question from this part definitely has to be there in the examination। ਠੀਕ ਹੈ ਜੀ, ਇਸ ਦੇ ਉੱਤੇ ਕੁਐਸਚਨ ਡੈਫੀਨਿਟਲੀ ਆਏਗਾ ਹੀ ਆਏਗਾ ਕਿ ਰੈਪੋ ਰੇਟ ਕਿੰਨਾ ਚੱਲ ਰਿਹਾ ਇਸ ਵੇਲੇ, ਠੀਕ ਹੈ ਜੀ, ਜਾਂ ਰਿਵਰਸ ਰੈਪੋ ਰੇਟ ਕਿੰਨਾ ਚੱਲ ਰਿਹਾ, ਜਾਂ ਰਿਵਰਸ ਰੈਪੋ ਰੇਟ ਦੇ ਵਿੱਚ ਕੀ ਹੁੰਦਾ ਹੈ। RBI ਬੈਂਕਾਂ ਨੂੰ ਲੋਨ ਦਿੰਦਾ ਹੈ, RBI ਬੈਂਕਾਂ ਨੂੰ ਲਿਕੁਇਡਿਟੀ ਪ੍ਰੋਵਾਈਡ ਕਰਦਾ ਹੈ, ਠੀਕ ਹੈ ਜੀ। RBI ਬੈਂਕਾਂ ਤੋਂ ਉਹਨਾਂ ਦੀ ਸਰਪਲਸ ਲਿਕੁਇਡਿਟੀ ਐਕਸੈਪਟ ਕਰਦਾ ਹੈ, ਠੀਕ ਹੈ ਜੀ। ਸੋ ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਿਵਰਸ ਰੈਪੋ ਦੇ ਵਿੱਚ RBI ਬੈਂਕਾਂ ਤੋਂ ਉਹਨਾਂ ਕੋਲ ਜਿਹੜਾ ਲਿਕੁਇਡ ਸਰਪਲਸ ਹੈ ਉਸ ਨੂੰ ਉਹ ਆਪਣੇ ਕੋਲ ਡਿਪੋਜ਼ਿਟ ਕਰਨ ਵਾਸਤੇ ਐਕਸੈਪਟ ਕਰ ਲੈਂਦਾ ਉਹ, ਠੀਕ ਹੈ ਜੀ। ਸੋ ਉਹਦੇ ਉੱਤੇ ਕਿੰਨਾ ਵਿਆਜ ਦਿੰਦਾ ਉਹ? 3.35%। ਜੇ ਬੈਂਕਾਂ ਨੂੰ ਪੈਸਾ ਚਾਹੀਦਾ ਹੈ ਤਾਂ ਬੈਂਕਾਂ ਤੋਂ ਉਹ ਕੀ ਚਾਰਜ ਕਰਦਾ? ਉਹ 4% ਚਾਰਜ ਕਰਦਾ ਉਹ, ਠੀਕ ਹੈ ਜੀ। ਫਿਰ ਸਿੱਧੀ ਜੀ ਗੱਲ, ਸਸਤਾ ਪੈਸਾ ਲਓ ਤੇ ਮਹਿੰਗਾ ਪੈਸਾ ਦਿਓ, ਇਹ RBI ਦੀ ਪਾਲਿਸੀ ਹੁੰਦੀ ਹੈ। ਔਰ ਇਸੇ ਨਾਲ RBI ਦੀ ਇਨਕਮ ਜਨਰੇਸ਼ਨ ਦੇ ਵਿੱਚ ਵੀ ਕਾਫੀ ਫਾਇਦਾ ਹੁੰਦਾ ਹੈ। ਫਿਰ ਬੈਂਕ ਰੇਟ ਕਿੰਨਾ ਸਾਡਾ ਇਹ? ਉਹ 4.25% ਹੈ। MSF ਇਜ਼ ਆਲਸੋ 4.25%। ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੋਸਟਲੀ ਅੱਜ ਕੱਲ੍ਹ MSF ਇਜ਼ ਇਕੁਅਲ ਟੂ ਬੈਂਕ ਰੇਟ। MSF ਇਜ਼ ਇਕੁਅਲ ਟੂ ਬੈਂਕ ਰੇਟ ਦੇ ਬਰਾਬਰ ਹੀ ਇਹ ਹੁੰਦਾ ਹੈ, ਠੀਕ ਹੈ ਜੀ। ਸੋ ਇਸ ਚੀਜ਼ ਨੂੰ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ RBI ਜਿਹੜਾ ਸੀਗਾ ਉਹ ਬੈਂਕ ਰੇਟ ਤੇ MSF ਦੇ ਵਿੱਚ ਆਪਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ, ਠੀਕ ਹੈ ਜੀ। ਸੋ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ MSF ਹੈ, ਦਿਸ ਇਜ਼ ਇਕੁਅਲ ਟੂ ਬੈਂਕ ਰੇਟ। ਔਰ ਵਾਟ ਇਜ਼ ਦ ਬੈਂਕ ਰੇਟ? ਬੈਂਕ ਰੇਟ ਇਜ਼ ਦ ਰੇਟ ਐਟ ਵਿਚ RBI discounts bills of commercial banks, discounts the commercial bills of the commercial ਬੈਂਕਾਂ ਦੇ ਬਿੱਲ ਜਿਹੜੇ ਸੀਗੇ ਉਹਨਾਂ ਨੂੰ ਡਿਸਕਾਊਂਟ ਕਰਦਾ ਹੈ। ਸੋ ਦੈਟ ਇਜ਼ ਨੋਨ ਐਜ਼ ਦਾ ਬੈਂਕ ਰੇਟ। ਜਾਂ ਅਸੀਂ ਉਹਨੂੰ ਪੰਜਾਬੀ ਦੇ ਵਿੱਚ ਸਿੱਧੇ ਤੌਰ ਤੇ ਕਹੀਏ ਕਿ RBI ਬੈਂਕਾਂ ਨੂੰ ਜਦੋਂ ਲੋਨ ਦਿੰਦਾ ਹੈ ਤਾਂ ਉਹਦਾ ਵਿਆਜ ਕੀ ਹੁੰਦਾ ਹੈ? ਤਾਂ ਉਹ ਵਿਆਜ ਜਿਹੜਾ ਹੁੰਦਾ ਦੈਟ ਇਜ਼ ਬੈਂਕ ਰੇਟ ਕਹਾਉਂਦਾ ਹੈ, ਠੀਕ ਹੈ ਜੀ। ਉਹਨੂੰ ਬੈਂਕ ਰੇਟ ਕਹਿੰਦੇ ਨੇ। ਹੁਣ ਕੁਐਸਚਨ ਇੱਥੇ ਇੱਕ ਹੋਰ ਆ ਜਾਂਦਾ। ਉਹ ਕੁਐਸਚਨ ਕੀ ਹੈ ਇੱਥੇ ਹੁਣ? ਉਹ ਕਿ ਰੈਪੋ ਦੇ ਵਿੱਚ ਵੀ ਬੈਂਕ ਜਿਹੜਾ ਸੀਗਾ ਉਹ ਲੋਨ ਦੇ ਰਿਹਾ ਇੱਕ ਤਰ੍ਹਾਂ ਦਾ ਬੈਂਕਾਂ ਨੂੰ, ਔਰ ਇਹ ਬੈਂਕ ਰੇਟ ਦੇ ਵਿੱਚ ਵੀ ਇਹ ਲੋਨ ਦੇ ਰਿਹਾ। ਦੋਨਾਂ ਦੇ ਵਿੱਚ ਫਰਕ ਹੈ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ। ਬੈਂਕ ਰੇਟ ਇਜ਼ ਏ reference rate only, it's a reference rate only, not
banks are not supposed to borrow ਕਿ ਉਹ RBI ਤੋਂ ਲੋਨ ਲੈ ਕੇ ਜਿਹੜਾ ਸੀਗਾ ਅੱਗੇ ਲੋਨ ਦੇਣ, ਠੀਕ ਹੈ। ਬੈਂਕਾਂ ਦਾ ਇਹ ਪਰਪਸ ਨਹੀਂ ਹੈ। ਪਰ ਜੇ ਕਿਉਂਕਿ RBI ਨੂੰ ਕੀ ਕਿਹਾ ਜਾਂਦਾ ਹੈ, ਲੈਂਡਰ ਆਫ ਲਾਸਟ ਰਿਜ਼ੋਰਟ। ਜੇ ਕਦੇ ਬੈਂਕਾਂ ਨੂੰ ਜ਼ਰੂਰਤ ਪੈ ਜਾਏ, ਬਹੁਤ ਹੀ ਮੁਸ਼ਕਲ ਦੇ ਵਿੱਚ ਹੋਣ, ਤਾਂ RBI ਉਹਨਾਂ ਨੂੰ ਲੋਨ ਦਿੰਦਾ ਹੈ ਫॉर ਪੀਰੀਅਡ ਆਫ 6 months to 1 year ਅਪਰੋਕਸੀਮੇਟਲੀ। ਤੋਂ ਉਹ ਜਦੋਂ ਲੋਨ ਦੇਗਾ ਉਹ ਲੋਨ ਕਿਸ ਰੇਟ ਤੇ ਦੇਗਾ, ਉਹ ਬੈਂਕ ਰੇਟ ਤੇ ਦੇਗਾ। ਹੁਣ ਕੁਐਸਚਨ ਤੁਹਾਡਾ ਇੱਥੇ ਇਹ ਵੀ ਹੋ ਸਕਦਾ ਹੈ, ਰੈਪੋ ਦੇ ਵਿੱਚ ਵੀ ਤਾਂ ਉਹ ਇਹੀ ਕਰਦਾ ਹੈ। ਕੇਸ ਆਫ ਰੈਪੋ ਇਜ਼ ਸਪੋਜ਼ ਟੂ ਮੇਨਟੇਨ ਇੰਟਰਾਡੇ ਲਿਕੁਇਡਿਟੀ। ਬਹੁਤ ਇੰਟਰਸਟਿੰਗ ਦਾ ਕਨਸੈਪਟ ਹੈ ਇੰਟਰਾਡੇ ਲਿਕੁਇਡਿਟੀ ਦਾ। ਇਹਦੇ ਵਿੱਚ ਹੋਏਗਾ ਕੀ, ਮੇਰਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੈ, ਮੈਂ ਚੈੱਕ ਕੱਟ ਦਿੱਤਾ ਪੰਜਾਬ ਨੈਸ਼ਨਲ ਬੈਂਕ ਦੇ ਉੱਤੇ, ਲੈਟ ਅਸ ਸੇ ਮੈਂ 1 ਲੱਖ ਰੁਪਏ ਦਾ ਚੈੱਕ ਕੱਟ ਦਿੱਤਾ। ਹੁਣ ਉਹ ਚੈੱਕ ਮੈਂ ਕਿਸੇ ਕਸਟਮਰ ਨੂੰ ਦੇ ਦਿੱਤਾ, ਆਪਣੇ ਕਿਸੇ ਜਿਸ ਤੋਂ ਮੈਂ ਸਮਾਨ ਖਰੀਦਿਆ ਸੀਗਾ, ਔਰ ਉਸਦਾ ਖਾਤਾ ਸਟੇਟ ਬੈਂਕ ਦੇ ਵਿੱਚ ਹੈ। ਉਹ ਕੀ ਕਰੇਗਾ, ਸਟੇਟ ਬੈਂਕ ਦੇ ਵਿੱਚ ਚੈੱਕ ਜਮ੍ਹਾਂ ਕਰਾ ਦੇਗਾ। ਹੁਣ ਸਟੇਟ ਬੈਂਕ ਪੰਜਾਬ ਨੈਸ਼ਨਲ ਬੈਂਕ ਤੋਂ ਜਾ ਕੇ ਪੈਸੇ ਨਹੀਂ ਲਏਗਾ, ਸਟੇਟ ਬੈਂਕ ਇਹ ਚੈੱਕ ਰਿਜ਼ਰਵ ਬੈਂਕ ਨੂੰ ਦੇ ਦੇਗਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਦੇ ਵਿੱਚੋਂ ਇੰਨੇ ਪੈਸੇ ਡੈਬਿਟ ਕਰਕੇ ਸਟੇਟ ਬੈਂਕ ਦੇ ਖਾਤੇ ਦੇ ਵਿੱਚ ਕ੍ਰੈਡਿਟ ਕਰ ਦਿੱਤੇ ਜਾਣ। ਪਰ ਉਹ ਤਾਂ ਹੀ ਕਰ ਪਾਏਗਾ ਰਿਜ਼ਰਵ ਬੈਂਕ ਇਹ ਕੰਮ ਜੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚ ਪੈਸੇ ਹੋਣਗੇ। ਇਨ ਕੇਸ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚ ਜਿਹੜਾ ਕਿ ਉਹਦਾ ਰਿਜ਼ਰਵ ਬੈਂਕ 'ਚ ਖਾਤਾ ਪੈਸੇ ਘੱਟ ਹੋਣ, ਤਾਂ ਉਹ ਚੈੱਕ ਵਾਪਸ ਆ ਜਾਏਗਾ। ਤਾਂ ਮਤਲਬ ਕੀ ਹੋਇਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਪੈਸੇ ਨਹੀਂ ਹੈਗੇ। ਮਤਲਬ ਕੀ ਨਿਕਲਦਾ ਕਿ ਪੰਜਾਬ ਨੈਸ਼ਨਲ ਬੈਂਕ ਕੋਲ ਲੋਕਾਂ ਦਾ ਪੈਸਾ ਵਾਪਸ ਕਰਨ ਵਾਸਤੇ ਪੈਸੇ ਨਹੀਂ ਹੈਗੇ। ਉਹਦੇ ਨਾਲ ਹੜਬੜ ਮਚ ਜਾਏਗੀ। ਇਸੇ ਕਰਕੇ ਰਿਜ਼ਰਵ ਬੈਂਕ ਆਫ ਇੰਡੀਆ ਬੈਂਕਾਂ ਨੂੰ ਇੱਕ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ, ਰੈਪੋ ਦੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਕਿ ਇਨ ਦਿਸ ਪਰਟੀਕੂਲਰ ਕੇਸ ਆਲਸੋ ਪੰਜਾਬ ਨੈਸ਼ਨਲ ਬੈਂਕ ਕੀ ਕਰੇਗਾ, ਰਿਜ਼ਰਵ ਬੈਂਕ ਨੂੰ ਕਹੇਗਾ ਕਿ ਮੈਨੂੰ 1 ਦਿਨ ਵਾਸਤੇ, 7 ਦਿਨ ਵਾਸਤੇ, 10 ਦਿਨ ਵਾਸਤੇ ਲੋਨ ਦੇ ਦਿਓ, ਮੇਰਾ ਕੋਲ ਜਿਹੜੀਆਂ ਸਿਕਿਉਰਿਟੀਆਂ ਪਈਆਂ ਆਪਣੇ ਕੋਲ ਗਿਰਵੀ ਰੱਖ ਲਓ, ਔਰ ਮੈਨੂੰ ਜਿਹੜਾ ਸੀਗਾ ਪੈਸਾ ਦੇ ਦਿਓ ਤਾਂ ਕਿ 1 ਲੱਖ ਦਾ ਚੈੱਕ ਵਾਪਸ ਨਾ ਜਾਵੇ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੀ ਫੈਸਿਲਿਟੀ ਨੂੰ ਜਿਹੜਾ ਕੀ ਕਿਹਾ ਜਾਂਦਾ, ਰੈਪੋ ਫੈਸਿਲਿਟੀ ਕਿਹਾ ਜਾਂਦਾ। ਇਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰੈਪੋ ਦੇ ਵਿੱਚ ਕੀ ਫਰਕ ਹੈ ਤੇ ਬੈਂਕ ਰੇਟ ਦੇ ਵਿੱਚ ਆਪਸ ਦੇ ਵਿੱਚ ਕੀ ਫਰਕ ਹੁੰਦਾ ਹੈ। RBI ਰਿਟੇਨ ਰੈਪੋ ਰੇਟ ਐਟ 4%। ਠੀਕ ਹੈ ਜੀ। ਔਰ ਸਾਰੇ ਰੇਟ ਜਿਹੜੇ ਸੀਗੇ ਉਹਨਾਂ ਨੇ ਸੇਮ ਰੱਖੇ ਨੇ। RBI has last divided its policy rate, basically ਇਹ ਤਕਰੀਬਨ ਹੁਣ ਕੋਈ 14-15 ਮਹੀਨੇ ਹੋ ਚੁੱਕੇ ਨੇ ਕਿ RBI ਨੇ ਕੋਈ ਚੇਂਜਸ ਨਹੀਂ ਕੀਤੀਆਂ ਨੇ। ਪ੍ਰੋਜੈਕਟਡ ਗਰੋਥ ਰੇਟ ਆਈ ਥਿੰਕ ਇਟ ਇਜ਼ 9.5% ਨਾਓ। ਠੀਕ ਹੈ ਜੀ। ਇਹ 9.5% ਹੋਣਾ ਚਾਹੀਦਾ। ਨਾਓ ਫਰਦਰ ਨਵੀਂ ਨਿਊਜ਼ ਇੱਕ ਹੋਰ ਬਹੁਤ ਇੰਟਰਸਟਿੰਗ ਨਿਊਜ਼ ਹੈ। E-ਰੂਪੀ ਨਿਊ ਡਿਜੀਟਲ ਪੇਮੈਂਟ ਇੰਸਟਰੂਮੈਂਟ ਇਹ ਲਾਂਚ ਕੀਤੇ ਨੇ ਗਵਰਨਮੈਂਟ ਨੇ। E-ਰੂਪੀ ਲਾਂਚ ਕੀਤਾ। E-ਰੂਪੀ ਕੀ ਚੀਜ਼ ਹੈ? ਇਹ ਇੱਕ ਗਵਰਨਮੈਂਟ ਨੇ ਇੱਕ ਡਿਜੀਟਲ ਕਰੰਸੀ ਲਾਂਚ ਕੀਤੀ ਹੈ। ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਇਹਨੂੰ ਆਪਾਂ ਡਿਜੀਟਲ ਕਰੰਸੀ ਕਹਿ ਸਕਦੇ ਹਾਂ। ਅੱਜ ਕੱਲ੍ਹ ਡਿਜੀਟਲ ਕਰੰਸੀ ਦਾ ਜ਼ਮਾਨਾ ਹੈ। ਕਦੇ ਆਪਾਂ ਬਿਟਕੋਇਨ ਦੀ ਗੱਲ ਕਰਦੇ, ਕਿ ਐਥੇਰੀਅਮ ਦੀ ਗੱਲ ਕਰਦੇ ਹਾਂ। ਇਸ ਤਰ੍ਹਾਂ ਦੀਆਂ ਹੋਰ ਬਥੇਰੀਆਂ ਕਰੰਸੀਆਂ ਨੇ ਜਿਹੜੀਆਂ ਕਿ ਡਿਜੀਟਲ ਕਰੰਸੀਆਂ ਆ ਚੁੱਕੀਆਂ ਨੇ। ਇੱਕ ਡਿਜੀਟਲ ਕਰੰਸੀ ਗਵਰਨਮੈਂਟ ਆਫ ਇੰਡੀਆ ਨੇ ਸ਼ੁਰੂ ਕੀਤੀ ਹੈ ਔਰ ਇਹਦਾ ਨਾਮ ਕੀ ਰੱਖਿਆ ਹੈ? E-ਰੂਪੀ ਰੱਖਿਆ ਹੈ। ਇਨ ਦਿਸ ਪਰਟੀਕੂਲਰ ਕੇਸ ਜਦੋਂ ਵੀ ਗਵਰਨਮੈਂਟ ਨੇ ਕਿਸੇ ਨੂੰ ਕੋਈ ਪੈਸੇ ਟ੍ਰਾਂਸਫਰ ਕੀਤੇ ਡਿਜੀਟਲ ਕਰੰਸੀ ਦੇ ਥਰੂ, ਤਾਂ ਉਹਦੇ 'ਚ ਕੀ ਹੋਏਗਾ? ਇੱਕ ਸਕੈਨ ਹੋਏਗਾ ਜਾਂ ਇੱਕ SMS ਹੋਏਗਾ। ਠੀਕ ਹੈ ਜੀ। E-ਵਾਊਚਰ ਹੋਏਗਾ। ਇਸ ਤਰ੍ਹਾਂ ਦੀ ਇੱਕ ਚੀਜ਼ ਜਿਹੜੀ ਸੀਗੀ ਉਹ ਕਲਾਇੰਟ ਦੇ ਕੋਲ ਚਲੀ ਜਾਏਗੀ। ਇਹਦਾ ਇੱਕ ਸਪੈਸੀਫਿਕ ਪਰਪਸ ਹੋਰ ਵੀ ਹੈ। ਇਹਨੂੰ ਪਹਿਲੀ ਗੱਲ ਤਾਂ ਇਹ ਸਮਝਦੇ ਇਹਨੂੰ ਬਣਾਇਆ ਕਿਹਨੇ ਹੈ? ਇਹਨੂੰ ਬਣਾਇਆ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਬਣਾਇਆ ਹੈ। ਕਿਹਨੇ ਬਣਾਇਆ ਹੈ? NPCI। NPCI ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਹੈ। ਠੀਕ ਹੈ ਜੀ। ਔਰ ਇਹਦਾ ਇੰਟਰਫੇਸ ਕੀ ਹੈ? UPI ਇੰਟਰਫੇਸ ਹੈ, ਯੂਨਾਈਟਿਡ ਪੇਮੈਂਟ ਇੰਟਰਫੇਸ ਪਲੇਟਫਾਰਮ ਹੈ। ਔਰ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸਿਜ਼, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਨੈਸ਼ਨਲ ਹੈਲਥ ਅਥਾਰਟੀ, ਇਹਨਾਂ ਸਾਰਿਆਂ ਨੇ ਮਿਲ ਕੇ ਇਹ ਚੀਜ਼ ਬਣਾਈ ਹੈ। ਬੇਸਿਕਲੀ ਮੈਂ ਤੁਹਾਨੂੰ ਦੁਬਾਰਾ ਦੱਸਣ ਲੱਗਿਆ ਸੀ ਇਹਦਾ ਪਰਪਸ ਕੀ ਹੈ। ਪਰਪਸ ਇਹ ਹੈ ਕਿ ਜਿਸ ਕਿਸੇ ਨੂੰ ਵੀ ਇਹ ਵਾਊਚਰ ਇਸ਼ੂ ਹੋ ਜਾਏਗਾ, ਉਹ ਵਾਊਚਰ ਉਸ ਪਰਟੀਕੂਲਰ ਪਰਪਸ ਵਾਸਤੇ ਹੀ ਇਸ ਨੂੰ ਯੂਜ਼ ਕਰ ਸਕਦਾ ਹੈ ਜਿਹਦੇ ਵਾਸਤੇ ਇਹ
ਚੀਜ਼ ਇਸ਼ੂ ਕੀਤੀ ਗਈ ਹੈ ਨਾ। ਇਹ ਗੱਲ ਵੀ ਆਪਾਂ ਥੋੜ੍ਹਾ ਜਿਹਾ ਸਮਝ ਲਈਏ। ਉਹ ਕੀ ਗੱਲ ਹੈ, ਦੈਟ ਇਜ਼ ਕਿ ਕਿਸੇ ਨੂੰ ਰਾਸ਼ਨ ਵਾਸਤੇ ਪੈਸੇ ਦਿੱਤੇ, ਠੀਕ ਹੈ ਜੀ, ਔਰ ਉਹ ਰਾਸ਼ਨ ਵਾਸਤੇ ਪੈਸੇ ਨਾ ਖਰਚ ਕੀਤੇ, ਉਹ ਜਾ ਕੇ ਉਹਨੇ ਸ਼ਰਾਬ ਜਿਹੜੀ ਸੀਗੀ ਉਹ ਪਰਚੇਜ਼ ਕਰ ਲਿੱਤੀ, ਠੀਕ ਹੈ। ਦਿਸ ਕੈਨ ਹੈਪਨ। ਜੇ ਮੈਨੂੰ ਕਿਸੇ ਬੰਦੇ ਨੂੰ ਕੋਈ ਉਹਨੂੰ 100 ਰੁਪਏ ਦੇ ਦੇਵੇ ਔਰ ਕਹੇ ਜਾ ਕੇ ਰਾਸ਼ਨ ਲੈ ਆ, ਤਾਂ ਰਾਸ਼ਨ ਦੀ ਬਜਾਏ ਜਾ ਕੇ ਉਹ ਸ਼ਰਾਬ ਦੀ ਬੋਤਲ ਵੀ ਲੈ ਕੇ ਆ ਸਕਦਾ। ਨਾਓ ਦਿਸ e-rupee can be used only for the purpose for which this is issued, ਠੀਕ ਹੈ ਜੀ। ਇਹ ਜਿਸ ਪਰਪਸ ਵਾਸਤੇ ਇਸ਼ੂ ਕੀਤਾ ਜਾਏ ਉਸੇ ਵਾਸਤੇ ਹੀ ਇਹ ਪੈਸਾ ਖਰਚਿਆ ਜਾ ਸਕਦਾ ਹੈ। ਜਿਹਨੂੰ ਇਹ e-rupee ਇਸ਼ੂ ਹੋਇਆ ਉਹ ਜਾ ਕੇ ਸ਼ਰਾਬ ਦੀ ਦੁਕਾਨ 'ਤੇ ਸ਼ਰਾਬ ਨਹੀਂ ਖਰੀਦ ਸਕਦਾ, ਉਹ ਜਾ ਕੇ ਰਾਸ਼ਨ ਦੀ ਦੁਕਾਨ 'ਤੇ ਰਾਸ਼ਨ ਹੀ ਖਰੀਦ ਸਕਦਾ ਹੈ, ਜਾਂ ਦਵਾਈਆਂ ਵਾਸਤੇ ਜੇ ਇਸ਼ੂ ਕੀਤਾ ਤਾਂ ਦਵਾਈਆਂ ਲੈ ਸਕਦਾ ਹੈ। ਇਹਦੇ ਨਾਲ ਕੀ ਹੋ ਜਾਏਗਾ ਕਿ ਜਿਹੜੀਆਂ ਲੀਕੇजेस ਨੇ ਰੋਕ ਲੱਗ ਜਾਏਗੀ। ਕੀ ਚੀਜ਼ ਰੁਕ ਜਾਏਗੀ? ਲੀਕੇजेस ਰੁਕ ਜਾਣਗੀਆਂ। ਸੋ ਦਿਸ ਇਜ਼, ਇਹਦੇ ਉੱਤੇ ਵੀ ਡੈਫੀਨੇਟਲੀ ਜਿਹੜਾ ਸੀਗਾ ਲੇਟੈਸਟ ਕੁਐਸਚਨ ਬਣਦਾ, ਕੋਈ ਨਾ ਕੋਈ ਜ਼ਰੂਰ ਪੁੱਛਿਆ ਜਾ ਸਕਦਾ ਹੈ। ਪ੍ਰਾਇਰਟੀ ਸੈਕਟਰ ਲੈਂਡਿੰਗ ਨੋਰਮ ਰਿਵਾਈਜ਼ਡ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ ਜੀ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਪ੍ਰਾਇਰਟੀ ਸੈਕਟਰ ਦੇ ਨੋਰਮ ਰਿਵਾਈਜ਼ ਕਰ ਦਿੱਤੇ ਗਏ ਨੇ, ਠੀਕ ਹੈ ਜੀ ਨਾ। ਇਹਦੇ ਵਿੱਚ ਕੀ ਕੀਤਾ ਗਿਆ? 2-3 ਚੀਜ਼ਾਂ ਐਡ ਹੋਈਆਂ ਨੇ, ਇੱਕ ਇੱਕ ਕਰਕੇ ਦੇਖ ਲੈਂਦੇ ਹਾਂ। ਬੈਂਕ ਫਾਈਨੈਂਸ ਟੂ ਸਟਾਰਟ ਅਪ ਟੂ 50 ਕਰੋੜ ਰੁਪੀਜ਼, ਇਹ ਵੀ ਪ੍ਰਾਇਰਟੀ ਸੈਕਟਰ ਤੋਂ ਉਹਦੇ ਵਿੱਚ ਆ ਗਿਆ। ਲੋਨ ਟੂ ਫਾਰਮਰ ਫॉर ਇੰਸਟਾਲੇਸ਼ਨ ਆਫ ਸੋਲਰ ਪਾਵਰ ਪਲਾਂਟ ਫॉर ਗ੍ਰਿਡ ਕਨੈਕਟਡ ਐਗਰੀਕਲਚਰ ਪੰਪਸ, ਇਹ ਵੀ ਪ੍ਰਾਇਰਟੀ ਸੈਕਟਰ ਦੇ ਵਿੱਚ ਆ ਗਿਆ। ਲੋਨ ਫॉर ਸੈਟਿੰਗ ਕੰਪਰੈਸਡ ਬਾਇਓਗੈਸ ਪਲਾਂਟਸ, ਇਹ ਵੀ ਪ੍ਰਾਇਰਟੀ ਸੈਕਟਰ ਦੇ ਵਿੱਚ ਆ ਗਿਆ। ਇਹ ਨਵੀਆਂ ਗਾਈਡਲਾਈਨ ਨੇ, ਇਹਨਾਂ ਨੂੰ ਖਿਆਲ ਰੱਖਿਓ। ਇਸ ਤਰ੍ਹਾਂ ਦਾ ਕੁਐਸਚਨ ਐਗਜ਼ਾਮ ਦੇ ਵਿੱਚ ਆ ਸਕਦਾ ਹੈ। ਪਰ ਦੂਜੀ ਜਿਹੜੀ ਨਵੀਂ ਹੋਰ ਗਾਈਡਲਾਈਨ ਹੈ, ਦੈਟ ਇਜ਼